जियो डरत है अपना, कैस्यों करें पुकार। दुख विसारण सेवया, सदा सदा दातार। साहिब मेरा नीत नवा, सदा सदा दातार रहा। अंदिन साहिब सेविए, अंत छड़ाए सोए। सुन सुन मेरे कामणी, पार उतारा होय। दयाल तेरा नाम तरां, सब कुर्बान जाऊं रहा। सर्बं साचा एक है, दूजा नहीं कोई। ताके सेवा सो करे, जाको नदर करे। तुद बाज प्यारे केव रहा, सावड़ियाई दे। जित नाम तेरे लाग रहा, दूजा नाही कोई। जिस आगे प्यारे जाए कहाँ रहा। सेवी साहिब अपना, अवर न जाचों कोई। नानक ताका दास है, बिंद बिंद चुख चुख होए। साहिब तेरे नाम बिटों, बिंद बिंद चुख चुख होए। साहिब तेरे नाम बिटों, बिंद बिंद चुख चुख होए रहा। वाहिगुरु जी का खालसा, वाहिगुरु जी की फतेह। परम सत्कारयोग जुगो जुग अटल, पतित पावन भगत विशल कृपा निधान। धन धन साहिब श्री गुरु ग्रंथ साहिब महाराज, सचे पातशाह दियां अपार रहमतां हो रही ने। सतगुरां दी कृपा सदका जो पावन पवित्र मुख वाक दी लड़ीवार विचार चल रही है। अज का जो पावन मुख वाक है, ये पावन मुख वाक धनासरी राग दे आरंभ विच धन धन साहिब श्री गुरु ग्रंथ साहिब महाराज जी दे पावन पवित्र अंग 660 उत्ते सुशोभित है। आओ इस पावन मुख वाक दे विचार नाल जुड़ना करिए।
ਇਹ ਪਾਵਨ ਮੁਖ ਵਾਕ ਜਿਸ ਦਾ ਸਿਰਲੇਖ ਸਤਿਗੁਰਾਂ ਨੇ ਦਿੱਤਾ। ਧਨਾਸਰੀ ਮਹਲਾ ਪਹਿਲਾ। ਘਰ ਪਹਿਲਾ ਚੌਪਦੇ। ਸਾਧ ਸੰਗਤ, ਇਸ ਸਿਰਲੇਖ ਤੋਂ ਸਾਨੂੰ ਤਿੰਨ ਗੱਲਾਂ ਦਾ ਗਿਆਨ ਹੁੰਦਾ ਹੈ। ਧਨਾਸਰੀ ਰਾਗ ਦਾ ਨਾਮ ਹੈ ਕਿ ਇਹ ਪਾਵਨ ਮੁਖ ਵਾਕ ਧਨਾਸਰੀ ਰਾਗ ਦੇ ਅਧੀਨ ਹੈ। ਮਹਲਾ ਪਹਿਲਾ ਤੋਂ ਭਾਵ ਇਹ ਪਹਿਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਘਰ ਪਹਿਲਾ। ਹੁਣ ਰਾਗ ਦਾ ਸੰਬੰਧ ਜਿਹੜਾ ਉਹ ਸੁਰ ਦੇ ਨਾਲ ਹੈ ਅਤੇ ਘਰ ਦਾ ਸੰਬੰਧ ਜਿਹੜਾ ਉਹ ਤਾਲ ਦੇ ਨਾਲ ਹੈ। ਇਸ ਨੂੰ ਪਹਿਲੇ ਘਰ ਦੇ ਵਿੱਚ ਗਾਇਨ ਕਰਨ ਦਾ ਸਤਿਗੁਰਾਂ ਵੱਲੋਂ ਹੁਕਮ ਹੈ। ਚੌਪਦੇ। ਚੌਪਦੇ ਦਰਸਾ ਰਿਹਾ ਹੈ ਕਿ ਇਸ ਪਾਵਨ ਸ਼ਬਦ ਦੇ 4 ਪਦੇ ਹਨ। ਹੁਣ ਪਾਵਨ ਬਾਣੀ ਵਿੱਚ 2 ਪਦੇ ਵੀ ਆਉਂਦੇ ਨੇ। 2 ਪਦੇ ਤੋਂ ਭਾਵ ਕੀ ਹੁੰਦਾ ਕਿ 2 ਪੈਰਿਆਂ ਵਾਲੇ ਸ਼ਬਦ। 5 ਪਦੇ ਵੀ ਆਉਂਦੇ ਨੇ। 5 ਪਦਿਆਂ ਤੋਂ ਭਾਵ 5 ਪੈਰਿਆਂ ਵਾਲੇ ਸ਼ਬਦ। ਇਸੇ ਤਰ੍ਹਾਂ ਸੁਖਮਨੀ ਸਾਹਿਬ ਦੇ ਪਾਵਨ ਬਾਣੀ ਪੜ੍ਹਦੇ ਆ ਤੇ ਉਸ ਵਿੱਚ ਆਉਂਦੇ ਅਸ਼ਟਪਦੀ। ਆਪਾਂ ਅਸ਼ਟਪਦੀ ਪੜ੍ਹਦੇ ਆ। ਅਸ਼ਟਪਦੀ ਤੋਂ ਭਾਵ ਕੀ ਹੈ? 8 ਪੈਰਿਆਂ ਵਾਲਾ ਸ਼ਬਦ। ਇਸੇ ਤਰ੍ਹਾਂ ਪਾਵਨ ਬਾਣੀ ਵਿੱਚ 16 ਵੀ ਆਉਂਦੇ ਨੇ ਮਾਰੂ ਰਾਗ ਵਿੱਚ। 16 ਤੋਂ ਭਾਵ ਹੁੰਦਾ ਕਿ 16 ਪਦਿਆਂ ਵਾਲਾ ਸ਼ਬਦ। ਸੋ ਸਤਿਗੁਰੂ ਨੇ ਇੱਥੇ ਰਹਿਮਤ ਕੀਤੀ ਹੈ ਚੌਪਦੇ। ਚੌਪਦੇ ਤੋਂ ਭਾਵ 4 ਪਹਿਰੇ ਨੇ ਇਸ ਸ਼ਬਦ ਦੇ। ਅੱਗੇ ਸਤਿਗੁਰਾਂ ਨੇ ਮੰਗਲਾਚਰਨ ਉਚਾਰਨ ਕੀਤਾ ਹੈ। ਮੰਗਲਾਚਰਨ ਮੂਲ ਮੰਤਰ ਜਿਸ ਵਿੱਚ ਸਤਿਗੁਰੂ ਜੀ ਬਖਸ਼ਿਸ਼ਾਂ ਵਰਤਾ ਰਹੇ ਨੇ। ਅਕਾਲ ਪੁਰਖ ਦਾ ਸਰੂਪ ਕਿਹੋ ਜਿਹਾ, ਫਿਰ ਉਸ ਦੀ ਪ੍ਰਾਪਤੀ ਕਿਵੇਂ ਹੋਏਗੀ। ਹੁਣ ਮੰਗਲਾਚਰਨ ਜਿਹੜਾ ਹੈ ਉਹ ਸੰਪੂਰਨ ਰੂਪ ਵਿੱਚ ਆਇਆ। ਸਤਿਗੁਰੂ ਜੀ ਬਖਸ਼ਿਸ਼ਾਂ ਵਰਤਾ ਰਹੇ ਨੇ। ਇੱਕ ਓੰਕਾਰ, ਕਹਿੰਦੇ ਪਰਮੇਸ਼ਰ ਇੱਕ ਹੈ, ਸਰਬ ਵਿਆਪਕ ਹੈ, ਉਸ ਵਰਗੀ ਕੋਈ ਦੂਸਰੀ ਹਸਤੀ ਨਹੀਂ, ਉਹ ਸਾਰਿਆਂ ਵਿੱਚ ਸਮਾਇਆ ਹੋਇਆ। ਹੁਣ ਅੱਗੇ ਉਹਦੇ ਇੱਕ ਦੇ ਗੁਣ ਬਿਆਨ ਕਰ ਰਹੇ ਨੇ ਸਤਿਗੁਰੂ ਜੀ। ਸਤਨਾਮ, ਸਤ ਉਹਦਾ ਨਾਮ ਸਦੀਵੀ ਹੈ। ਸਾਡਾ ਨਾਮ ਜਿਹੜਾ ਉਹ ਅੱਜ ਹੈ, ਸ਼ਾਇਦ ਕੱਲ ਨੂੰ ਨਹੀਂ ਹੋਏਗਾ। ਪਰ ਪਰਮੇਸ਼ਰ ਦਾ ਨਾਮ ਕੈਸਾ ਹੈ? ਜਦੋਂ ਇਹ ਯੁੱਗ ਆਰੰਭ ਵੀ ਨਹੀਂ ਹੋਏ ਸੀ, ਜਦੋਂ ਕੁਝ ਵੀ ਨਹੀਂ ਸੀ, ਉਦੋਂ ਵੀ ਉਹਦਾ ਨਾਮ ਸਦੀਵੀ ਸੀ। ਜਦੋਂ ਇਹ ਕਾਇਨਾਤ ਬਣੀ, ਸ੍ਰਿਸ਼ਟੀ ਬਣੀ ਤੇ ਇਹਦੀ ਰਚਨਾ ਵਿੱਚ ਜੁਗਾਦ ਯੁੱਗਾਂ ਦਾ ਆਰੰਭ ਹੋਇਆ, ਉਦੋਂ ਵੀ ਨਾਮ ਸੱਚ ਸੀ। ਅੱਜ ਵੀ ਪ੍ਰੈਜ਼ੈਂਟ ਸਮੇਂ ਦੇ ਵਿੱਚ ਵੀ ਨਾਮ ਸੱਚ ਹੈ। ਔਰ ਰਹਿੰਦੀ ਦੁਨੀਆ ਤੱਕ ਇਹ ਕਾਇਨਾਤ ਖਤਮ ਵੀ ਹੋ ਜਾਏਗੀ, ਫਿਰ ਵੀ ਉਹਦਾ ਨਾਮ ਸਦੀਵੀ ਸਤ ਹੈ। ਸਾਡਾ ਨਾਮ ਅੱਜ ਹੈ। ਮੰਨ ਲਓ ਆਪਾਂ ਪਿੱਛੇ ਝਾਤ ਮਾਰੀਏ, ਅਸੀਂ ਆਪਣੇ ਬਜ਼ੁਰਗਾਂ ਵੱਲ ਝਾਤ ਮਾਰਦੇ ਹਾਂ, ਸਾਨੂੰ ਸਾਡੇ ਆਪਣੇ ਪਿਤਾ ਬਾਰੇ, ਨਾਮ ਬਾਰੇ ਪਤਾ ਹੁੰਦਾ, ਦਾਦੇ ਬਾਰੇ ਪਤਾ ਹੋਏਗਾ, ਪੜਦਾਦੇ ਬਾਰੇ ਪਤਾ ਹੋਏਗਾ, ਜਾਂ ਉਸ ਤੋਂ ਇੱਕ ਨਾਮ ਹੋਰ ਵੱਧ ਪਤਾ ਹੋਏਗਾ। ਪਰ ਉਸ ਤੋਂ ਪਹਿਲਾਂ ਕੌਣ ਕੌਣ ਹੈ ਸਾਨੂੰ ਪਤਾ? ਕੋਈ ਨਹੀਂ ਪਤਾ। ਸਤਿਗੁਰੂ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਯੁੱਗਾਂ ਤੋਂ ਪੀੜ੍ਹੀਆਂ ਚਲਦੀਆਂ ਆ ਰਹੀਆਂ ਨੇ, ਪਰ ਸਾਰਿਆਂ ਨੂੰ ਪਤਾ ਹੈ ਉਹਦਾ ਨਾਮ ਸਤ ਹੈ, ਉਹਦਾ ਨਾਮ ਸਦੀਵੀ ਹੋਣ ਵਾਲਾ ਹੈ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਕਹਿੰਦੇ ਕਰਤਾ ਪੁਰਖ। ਕਰਤਾ ਦੇ ਭਾਵ ਕੀ ਹੈ? ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਚਲਾਉਣ ਵਾਲਾ ਹੈ। ਮੰਨ ਲਓ ਉਦਾਹਰਨ ਦੇ ਤੌਰ ਤੇ
ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਸੰਸਾਰੀ ਜੀਵ ਵੱਲੋਂ ਬਣਾਈ ਜਾਂਦੀ ਹੈ। ਮੰਨ ਲਓ ਬਿਲਡਿੰਗ ਬਣਾਈ, ਕੋਈ ਗੱਡੀ ਬਣਾਈ, ਜਾਂ ਕੋਈ ਵੀ ਇੱਕ ਦੋ ਛੱਡ ਕੇ ਕਾਰਜ ਕੀਤੇ। ਹੁਣ ਉਸ ਕਾਰਜ ਨੂੰ ਕਰਨ ਵਾਲਾ ਜਿਹੜਾ ਕਰਤਾ ਹੈ ਨਾ, ਉਹਨਾਂ ਚਿਰ ਉਸ ਕਿਰਤ ਦੇ ਨੇੜੇ ਰਹਿੰਦਾ ਜਿੰਨਾ ਚਿਰ ਉਹ ਸੰਪੂਰਨ ਨਹੀਂ ਹੋਈ। ਇਹ ਬਿਲਡਿੰਗ ਬਣਾਈ ਗਈ ਤੇ ਇਸ ਬਿਲਡਿੰਗ ਨੂੰ ਬਣਾਉਣ ਵਾਲਾ ਇੱਥੇ ਸੀ, ਪਰ ਜਦੋਂ ਇਹ ਬਿਲਡਿੰਗ ਮੁਕੰਮਲ ਹੋ ਗਈ, ਇਹਦਾ ਕਰਤਾ ਕਿਤੇ ਹੋਰ ਚਲੇ ਗਿਆ, ਕਿਰਤ ਇੱਥੇ ਹੈ। ਇਹ ਮਾਈਕ ਹੈ, ਇਹ ਮਾਈਕ ਉਨਾ ਚਿਰ ਇਹਦੇ ਕਰਤੇ ਦੇ ਕੋਲ ਸੀ ਜਿੰਨਾ ਚਿਰ ਇਹ ਬਣਿਆ ਨਹੀਂ, ਪਰ ਜਦੋਂ ਇਹ ਬਣ ਗਿਆ, ਮੁਕੰਮਲ ਹੋ ਗਿਆ, ਉਹਦੀ ਕਿਰਤ ਇੱਥੇ ਆ ਗਈ ਤੇ ਕਰਤਾ ਉੱਥੇ ਹੀ ਹੋਈ। ਹੁਣ ਕਹਿਣ ਦਾ ਭਾਵ ਕੀ ਹੈ ਕਿ ਕਿਰਤ ਵੱਖਰੀ ਹੋ ਗਈ ਤੇ ਕਰਤਾ ਵੱਖਰਾ ਹੋ ਗਿਆ, ਬਣਾਉਣ ਵਾਲਾ ਵੱਖਰਾ ਹੋ ਗਿਆ ਤੇ ਜਿਹੜੀ ਬਣਾਈ ਹੋਈ ਚੀਜ਼ ਸੀ ਉਹ ਵੱਖਰੀ ਹੋ ਗਈ। ਪਰ ਸਤਿਗੁਰੂ ਕਹਿੰਦੇ ਜਿਹੜਾ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ, ਜਿਹੜਾ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ, ਪੁਰਖ, ਪੁਰਖ ਦੇ ਅਰਥ ਨੇ ਉਹ ਸਾਰਿਆਂ ਵਿੱਚ ਸਮਾਇਆ ਹੋਇਆ, ਉਹ ਉਹਦੇ ਤੋਂ ਵੱਖਰਾ ਨਹੀਂ, ਉਹ ਉਹਦੇ ਵਿੱਚ ਹੀ ਸਮਾਇਆ ਹੋਇਆ। ਉਹਨੇ ਜੇ ਇਹ ਕਿਰਤ ਬਣਾਈ ਹੈ, ਮੰਨ ਲਓ ਬੰਦਾ ਬਣਾਇਆ, ਤੇ ਉਹ ਬੰਦੇ ਦੇ ਵਿੱਚ ਵੀ ਹੈ ਔਰ ਬਾਹਰ ਵੀ ਹੈ। ਸਤਿਗੁਰਾਂ ਦੇ ਪਾਵਨ ਬਚਨ ਪੜ੍ਹਦੇ ਹਾਂ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਸਾਰਾ ਸੰਸਾਰ ਉਹਦੀ ਕੋਠੜੀ ਹੈ, ਪਰ ਵਿੱਚ ਉਹਦੇ ਵਸ ਵੀ ਰਿਹਾ ਸਾਰੀ ਕਾਇਨਾਤ ਦੇ, ਉਹਦੇ ਤੋਂ ਵੱਖਰਾ ਵੀ ਹੈ। ਪੁਰਖ ਦੇ ਅਰਥ ਨੇ ਉਹ ਸਾਰਿਆਂ ਵਿੱਚ ਸਮਾਇਆ ਹੋਇਆ। ਇਹ ਨਹੀਂ ਕੱਲਾ ਬਣਾ ਕੇ ਉਹਨੇ ਛੱਡ ਦਿੱਤਾ, ਉਹ ਬਣਾਉਣ ਤੋਂ ਬਾਅਦ ਇਸ ਕਾਇਨਾਤ ਦੇ ਵਿੱਚ ਸਮਾਇਆ ਹੋਇਆ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਨਿਰਭਉ। ਨਿਰਭਉ ਦੇ ਅਰਥ ਕੀ ਨੇ? ਡਰ ਤੋਂ ਰਹਿਤ ਹੈ। ਡਰ ਨਾਮ ਦੀ ਚੀਜ਼ ਹੀ ਨਹੀਂ ਉਹਦੇ ਕੋਲ। ਕਈ ਵਾਰ ਇਹਦੇ ਅਰਥ ਕੀਤੇ ਜਾਂਦੇ ਨੇ ਕਿ ਉਹ ਡਰਦਾ ਨਹੀਂ ਕਿਸੇ ਕੋਲੋਂ, ਪਰ ਉਹ ਡਰਾਉਂਦਾ ਹੈ ਕਿ ਸਾਰਿਆਂ ਨਾ। ਉਹਦੇ ਅੰਦਰ ਡਰ ਦੀ ਭਾਵਨਾ ਹੈ ਹੀ ਨਹੀਂ, ਨਾ ਡਰਦਾ ਨਾ ਡਰਾਉਂਦਾ। ਡਰ ਉਹਦੀ ਜ਼ਿੰਦਗੀ ਵਿੱਚ ਹੀ ਹੈ ਨਹੀਂ, ਉਹਦੀ ਹਯਾਤੀ ਵਿੱਚ ਡਰ ਹੈ ਹੀ ਨਹੀਂ। ਉਹ ਡਰ ਤੋਂ ਰਹਿਤ ਹੈ, ਡਰ ਨਾਮ ਦੀ ਚੀਜ਼ ਹੀ ਨਹੀਂ ਉਹਦੇ ਕੋਲ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਨਿਰਵੈਰ। ਆਪਾਂ ਕਈ ਵਾਰ ਇਹਦੇ ਅਰਥ ਕਰਦੇ ਆ ਉਹਦਾ ਕਿਸੇ ਨਾਲ ਵੈਰ ਨਹੀਂ, ਇਹ ਅਰਥ ਗਲਤ ਹੋ ਜਾਂਦੇ ਨੇ ਕਿ ਉਹਦੇ ਨਾਲ ਸਾਰਿਆਂ ਦਾ ਵੈਰ ਹੈ, ਉਹਦਾ ਨਹੀਂ ਕਿਸੇ ਨਾਲ, ਪਰ ਉਹਦੇ ਨਾਲ ਸਾਰਿਆਂ ਦਾ ਵੈਰ ਹੈ। ਨਹੀਂ, ਉਹਦੇ ਅੰਦਰ ਵੈਰ ਦੀ ਭਾਵਨਾ ਹੈ ਹੀ ਨਹੀਂ। ਜਿਵੇਂ ਡਰ ਦੀ ਭਾਵਨਾ ਤੋਂ ਰਹਿਤ ਹੈ ਨਾ, ਇਵੇਂ ਉਹ ਵੈਰ ਦੀ ਭਾਵਨਾ ਤੋਂ ਵੀ ਰਹਿਤ ਹੈ। ਉਹਨੇ ਇੱਕ ਨਿਯਮ ਬਣਾ ਦਿੱਤਾ, ਉਸ ਨਿਯਮ ਦੇ ਅਨੁਸਾਰ ਜੀਵ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਾ ਉਹਨੂੰ ਫਲ ਮਿਲੀ ਜਾਣਾ। ਪਰ ਉਹਦੇ ਅੰਦਰ ਡਰ ਜਾਂ ਵੈਰ ਦੀ ਭਾਵਨਾ ਹੀ ਨਹੀਂ। ਉਹ ਨਹੀਂ ਕਿ ਕਿਸੇ ਨੂੰ ਵੈਰੀ ਸਮਝਦਾ, ਕਿਸੇ ਨੂੰ ਮਿੱਤਰ ਸਮਝਦਾ, ਉਹਦੇ ਲਈ ਸਭ ਬਰਾਬਰ ਨੇ। ਉਹਨੇ ਸੰਸਾਰ ਵਿੱਚ ਜੀਵਾਂ ਨੂੰ ਭੇਜ ਦਿੱਤਾ, ਭੇਜਣ ਉਪਰੰਤ ਇੱਕ ਨਿਯਮ ਬਣਾ ਦਿੱਤਾ, ਕਾਨੂੰਨ ਬਣਾ ਦਿੱਤਾ ਕਿ ਜਿਹੋ ਜਿਹੇ ਕਰਮ ਕਰੇਗਾ, ਕਰਮ ਕਰਨ ਦੀ ਤੈਨੂੰ ਖੁੱਲ੍ਹ ਹੈ, ਉਹੋ ਜਿਹਾ ਹੀ ਫਲ ਤੇਰੀ ਝੋਲੀ ਵਿੱਚ ਪੈ ਜਾਣਾ। ਤੇ ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੇ, ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣਿਆ। ਕਹਿੰਦੇ ਕਿਸੇ ਨੂੰ ਦੋਸ਼ ਨਾ ਦੇਈਂ, ਦੋਸ਼ ਤੇ ਆਪਣੇ ਕਰਮਾਂ ਵਿੱਚ। ਕਈ ਵਾਰ ਬੰਦਾ ਆਪਣਾ ਦੋਸ਼ ਰੱਬ ਦੇ ਉੱਤੇ ਮੜਨ ਲੱਗ ਪੈਂਦਾ ਕਿ ਰੱਬ ਨੇ ਮੇਰੇ ਨਾਲ ਮਾੜਾ ਕੀਤਾ। ਉਹ ਭਲਿਆ, ਰੱਬ ਨੇ ਥੋੜੀ ਕਿਹਾ ਸੀ ਕਿ ਤੂੰ ਆਹ ਕੰਮ ਕਰ। ਗਲਤੀ ਤੇ ਆਪ ਕੀਤੀ ਹੈ, ਤੇ ਜੇ ਗਲਤੀ ਆਪ ਕੀਤੀ ਉਹਦਾ ਫਲ ਵੀ ਤੈਨੂੰ ਹੀ ਭੁਗਤਣਾ ਪਏਗਾ। ਉੱਤੇ ਨਿਯਮ ਅਨੁਸਾਰ ਉਹਨੂੰ ਸਜ਼ਾ ਮਿਲਣੀ ਹੈ। ਇੱਕ ਚੇਨ ਬਣਾ ਦਿੱਤੀ, ਇੱਕ ਰੂਲ ਬਣਾ ਦਿੱਤਾ, ਇੱਕ ਕਾਨੂੰਨ ਬਣਾ ਦਿੱਤਾ। ਉਸ ਕਾਨੂੰਨ ਦੇ ਦ੍ਰਿਸ਼ਟੀ ਵਿੱਚ ਸੰਸਾਰੀ ਕਾਨੂੰਨ ਤੋਂ ਤੇ ਬਚ ਸਕਦਾ ਜੀਵ, ਪਰ ਨਿਰੰਕਾਰ ਦੇ ਕਾਨੂੰਨ ਕੋਲੋਂ ਨਹੀਂ ਬਚ ਸਕਦਾ। ਇਸ ਲਈ ਸਤਿਗੁਰੂ ਜੀ ਬਚਨ ਕਰਦੇ ਨੇ, ਨਿਰਵੈਰ। ਵੈਰ ਦੀ ਭਾਵਨਾ ਹੀ ਨਹੀਂ ਉਹਦੇ ਅੰਦਰ। ਅਕਾਲ ਮੂਰਤ। ਸਾਡੇ ਜਿਹੜੇ ਸਰੀਰ ਦੀ ਹਸਤੀ ਹੈ ਨਾ, ਇਹ ਕਾਲ ਦੇ ਅਧੀਨ ਹੈ। ਆਪਾਂ ਆਪਣੇ ਜੀਵਨ ਵੱਲ ਝਾਤ ਮਾਰੀਏ, ਅਸੀਂ ਬਚਪਨ ਵਿੱਚ ਕਿਹੋ ਜਿਹੇ ਸਾਂ, ਸਾਡਾ ਸਰੂਪ ਕਿਹੋ ਜਿਹਾ ਸੀ।
ਸਾਡਾ ਰਹਿਣ ਸਹਿਣ ਕਿਹੋ ਜਿਹਾ ਸੀ, ਸਾਡੇ ਕੱਪੜੇ ਕਿਹੋ ਜਿਹੇ ਸਨ। ਫਿਰ ਜਵਾਨੀ ਆਈ, ਜਵਾਨੀ ਵਿੱਚ ਸਾਡੇ ਸਰੀਰ ਦਾ ਚਿਹਰਾ ਮੂਹਰਾ ਕਿਹੋ ਜਿਹਾ ਬਣ ਗਿਆ, ਸਰੀਰ ਵਿੱਚ ਕਿੰਨੀਆਂ ਤਬਦੀਲੀਆਂ ਆ ਗਈਆਂ, ਸਾਡੇ ਕੱਪੜੇ ਵੀ ਤਬਦੀਲ ਹੋ ਗਏ। ਪਰ ਕਹਿੰਦੇ ਫਿਰ ਬੁਢੇਪੇ ਵਿੱਚ ਚਲੇ ਗਿਆ, ਬੁਢੇਪੇ ਵਿੱਚ ਸਰੀਰ ਫਿਰ ਤਬਦੀਲ ਹੋ ਗਿਆ। ਇਸ ਸਰੀਰ ਦੇ ਹਰ ਖੇੜ ਤਬਦੀਲ ਹੋ ਗਈ, ਕੱਪੜੇ ਵੀ ਤਬਦੀਲ ਹੋ ਗਏ, ਵੇਖਣ ਸੁਣਨ ਦੀ ਸ਼ਕਤੀ ਵੀ ਤਬਦੀਲ ਹੋ ਗਈ। ਪਰ ਸਤਿਗੁਰੂ ਕਹਿੰਦੇ ਜਿਹੜਾ ਪਰਮੇਸ਼ਰ ਹੈ ਨਾ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਉਹਦੀ ਹਸਤੀ ਸਮੇਂ ਤੋਂ ਰਹਿਤ ਹੈ, ਉਹਦੇ ਉੱਤੇ ਸਮੇਂ ਦਾ ਕੋਈ ਵੀ ਪ੍ਰਭਾਵ ਨਹੀਂ। ਨਾ ਉਹ ਮਰੇ ਨਾ ਠਾਗੇ ਜਾਏ, ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਸਮੇਂ ਤੋਂ ਰਹਿਤ ਹੋ ਜਾਂਦਾ ਹੈ। ਅਕਾਲ ਮੂਰਤ, ਉਹਦੀ ਹਸਤੀ ਕਾਲ ਤੋਂ ਰਹਿਤ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ। ਉਹ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਅਜੂਨੀ, ਅਸੀਂ ਸਾਰੇ ਜੁਨੀਆਂ ਵਿੱਚ ਆਉਂਦੇ ਹਾਂ ਤੇ ਮਾਲਕ ਪ੍ਰਭੂ ਜੁਨੀਆਂ ਤੋਂ ਰਹਿਤ ਹੈ। ਸਤਿਗੁਰਾਂ ਦੀ ਪਾਵਨ ਬਾਣੀ ਇੱਥੋਂ ਤੱਕ ਕਹਿੰਦੀ, ਸੋ ਮੁਖ ਜਲੋਂ ਜਿਤ ਕਹੇ ਠਾਕੁਰ ਜੋਨੀ, ਕਹਿੰਦੇ ਉਹ ਮੁਖ ਸੜ ਜਾਏ ਜਿਹੜਾ ਕਹਿੰਦਾ ਕਿ ਠਾਕੁਰ ਜੁਨੀਆਂ ਵਿੱਚ ਆਇਆ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਸਹਿ ਭੰਗ, ਸਹਿ ਭੰਗ ਦਾ ਭਾਵ ਕੀ ਹੈ? ਉਹਨੂੰ ਪੈਦਾ ਕਰਨ ਵਾਲਾ ਕੋਈ ਵੀ ਨਹੀਂ। ਸਾਨੂੰ ਪੈਦਾ ਕਰਨ ਵਾਲੇ ਸਾਡੇ ਮਾਤਾ ਪਿਤਾ ਨੇ। ਦੁਨੀਆ ਦੀ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਕੋਈ ਨਾ ਕੋਈ ਉਹਦਾ ਕਰਤਾ ਹੈ। ਪਰ ਮਾਲਕ ਪ੍ਰਭੂ ਦੀ ਹਸਤੀ ਐਸੀ ਹੈ ਜਿਹੜਾ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਸਹਿ ਭੰਗ, ਆਪਣੇ ਆਪ ਤੋਂ ਹੀ ਉਹ ਪੈਦਾ ਹੋਇਆ। ਫਿਰ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰ ਪ੍ਰਸਾਦ। ਹੁਣ ਇੱਥੇ ਤੱਕ ਪ੍ਰਮਾਤਮਾ ਦਾ ਸਰੂਪ ਬਿਆਨ ਕਰਕੇ ਨਾ ਅੱਗੇ ਸਤਿਗੁਰੂ ਜੀ ਕਹਿੰਦੇ ਪ੍ਰਾਪਤੀ ਕਿਵੇਂ ਹੋਏਗੀ। ਸਵਾਲ ਤੇ ਇਹ ਹੈ, ਤੁਸੀਂ ਦੱਸ ਦਿੱਤਾ। ਇੱਕ ਹੈ ਉਹਦਾ ਨਾਮ ਸਦੀਵੀ ਹੈ, ਉਹ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ, ਉਹ ਡਰ ਤੋਂ ਰਹਿਤ ਹੈ, ਉਹ ਵੈਰ ਤੋਂ ਰਹਿਤ ਹੈ, ਉਹਦੀ ਹਸਤੀ ਸਮੇਂ ਤੋਂ ਰਹਿਤ ਹੈ, ਉਹ ਦੁਨੀਆ ਵਿੱਚ ਨਹੀਂ ਆਉਂਦਾ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਹਦੀ ਪ੍ਰਾਪਤੀ ਕਿਵੇਂ ਹੋਏਗੀ, ਉੱਥੇ ਤੱਕ ਪਹੁੰਚਿਆ ਕਿਵੇਂ ਜਾਏਗਾ? ਫਿਰ ਸਤਿਗੁਰਾਂ ਨੇ ਅੱਗੇ ਬਚਨ ਕੀਤੇ, ਗੁਰ ਪ੍ਰਸਾਦ। ਕਹਿੰਦੇ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਰਹਿਮਤ ਨਾਲ, ਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਚੱਲ ਕੇ ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਗੁਰੂ ਵਿੱਚ ਵਿਚੋਲਾ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਕਹਿੰਦੇ ਵਿਚੋਲਾ ਗੁਰੂ ਬਣਦਾ, ਗੁਰੂ ਹੀ ਮਿਲਾਪ ਕਰਵਾ ਸਕਦਾ। ਗੁਰੂ ਦੀ ਦ੍ਰਿਸ਼ਟੀ ਵਿੱਚ ਆਉਣ ਨਾਲ ਜੀਵ ਦਾ ਮਿਲਾਪ ਪਰਮੇਸ਼ਰ ਨਾਲ ਹੁੰਦਾ ਹੈ। ਆਓ ਅੱਗੇ ਸਲੋਕ ਜੋ ਸ਼ਬਦ ਹੈ ਉਸ ਦੇ ਵਿਚਾਰ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਬਚਨ ਕਰਦੇ ਨੇ, ਪਹਿਲਾਂ ਰਹਾਉ ਦੀ ਪੰਕਤੀ ਪੜ੍ਹੀਏ, ਕਿਉਂਕਿ ਰਹਾਉ ਦੀਆਂ ਪੰਕਤੀਆਂ ਇਸ ਸ਼ਬਦ ਵਿੱਚ 4 ਰਹਾਉ ਆਏ ਨੇ ਤੇ ਹਰ ਰਹਾਉ ਦਾ ਇੱਕ ਵੱਖਰਾ ਅੰਦਾਜ਼ ਹੈ, ਇੱਕ ਵੱਖਰਾ ਮਜ਼ਮੂਨ ਹੈ, ਇੱਕ ਵੱਖਰਾ ਵਿਸ਼ਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਸਾਹਿਬ ਜਿਹੜਾ ਸਿਰ ਦਾ ਸਾਈਂ ਹੈ, ਮੇਰਾ ਕਹਿੰਦੇ ਮੇਰਾ, ਹਰ ਜੀਵ ਨੂੰ ਆਪਣਾ ਹੀ ਕਹਿੰਦਾ। ਕੋਈ ਉਹਨੂੰ ਰਾਮ ਕਹਿ ਕੇ ਆਪਣਾ ਕਹਿੰਦਾ, ਕੋਈ ਉਹਨੂੰ ਕ੍ਰਿਸ਼ਨ ਕਹਿ ਕੇ ਆਪਣਾ ਕਹਿੰਦਾ, ਕੋਈ ਉਹਨੂੰ ਅੱਲਾਹ ਕਹਿ ਕੇ ਆਪਣਾ ਕਹਿੰਦਾ, ਕੋਈ ਉਹਨੂੰ ਗੋਡ ਕਹਿ ਕੇ ਆਪਣਾ ਕਹਿੰਦਾ। ਹਰ ਜੀਵ ਕਹਿੰਦਾ ਕਿ ਮੇਰਾ ਪਰਮਾਤਮਾ। ਸਤਿਗੁਰੂ ਕਹਿੰਦੇ ਜਿੰਨਿਆਂ ਨੂੰ ਵੇਖਾਂਗੇ ਨਾ ਉਹਦੇ ਰੰਗ ਵੱਖਰੇ ਹੀ ਨੇ, ਹਰ ਜਗ੍ਹਾ ਦੇ ਵਿੱਚ ਉਹ ਨਵਾਂ ਹੀ ਦਿਖੇਗਾ। ਸਾਹਿਬ ਮੇਰਾ ਨੀਤ ਨਵਾਂ, ਉਹ ਨਿਤਾਂ ਪ੍ਰਤੀ ਉਹਦੇ ਰੰਗ ਨਵੇਂ ਹੀ ਨੇ। ਜਦੋਂ ਵੀ ਉਹਦੇ ਨਾਲ ਸੁਰਤ ਜੋੜੇਗਾ ਜੀਵਨ ਵਿੱਚ ਨਵੀਂ ਰੰਗਤ ਆਏਗੀ, ਜੀਵਨ ਵਿੱਚ ਇੱਕ ਆਨੰਦ ਆਏਗਾ, ਇੱਕ ਰਸ ਆਏਗਾ, ਇੱਕ ਟਿਕਾਓ ਆਏਗਾ। ਤੇ ਉਹ ਸਦਾ ਸਦਾ ਦਾਤਾਰ। ਕਹਿੰਦੇ ਇਹ ਨਹੀਂ ਅੱਜ ਦਾਤਾਂ ਦੇ ਰਿਹਾ ਕੱਲ ਨੂੰ ਨਹੀਂ ਦੇਗਾ। ਮਾਲਕ ਪ੍ਰਭੂ ਸਦਾ ਹੀ ਦਾਤਾਂ ਦੇਣ ਵਾਲਾ ਦਾਤਾ ਹੈ।
ਇੰਨੀਆਂ ਉਹ ਦਾਤਾਂ ਦਿੰਦਾ ਹੈ। ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹਦਿਆਂ ਦੇਂਦਾ ਦੇ ਲੈਂਦੇ ਥੱਕ ਪਾਹੇ। ਕਹਿੰਦੇ ਉਹ ਦੇਣ ਵਾਲਾ ਥੱਕਦਾ ਨਹੀਂ, ਲੈਣ ਵਾਲੇ ਜੀਵ ਥੱਕ ਜਾਂਦੇ ਨੇ। ਇਹ ਜੀਵ ਦਾਤਾਂ ਲਈ ਜਾ ਰਹੇ ਨੇ, ਕਈ ਲੈ ਕੇ ਮੁਕਰੀ ਵੀ ਜਾ ਰਹੇ ਨੇ। ਫਿਰ ਕਹਿ ਦਿੰਦੇ ਨੇ ਕਿ ਸਾਨੂੰ ਦਿੱਤਾ ਕੀ ਹੈ। ਪਰ ਸਤਿਗੁਰਾਂ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਪੜ੍ਹੀਏ ਤੇ ਸਤਿਗੁਰੂ ਕੀ ਬਚਨ ਕਰਦੇ ਨੇ। ਕਹਿੰਦੇ 10 ਵਸਤੂ ਲੈ ਪਾਸ਼ੈ ਪਾਵੈ। ਕਹਿੰਦੇ 10 ਵਸਤੂਆਂ ਲਈਆਂ, ਉਹਨਾਂ ਲਈਆਂ ਹੋਈਆਂ 10 ਵਸਤੂਆਂ ਨੂੰ ਪਿੱਛੇ ਰੱਖਤਾ। ਫਿਰ 11ਵੀਂ ਵਸਤੂ ਮੰਗੀ, ਏਕ ਵਸਤ ਕਾਰਨ ਵੇਖੋਟ ਗਵਾਵੈ। ਕਹਿੰਦੇ ਇੱਕ 11ਵੀਂ ਵਸਤੂ ਨਹੀਂ ਦਿੱਤੀ ਮਾਲਕ ਨੇ। ਤੇ ਕਹਿੰਦਾ ਲੈ ਮਾਲਕ ਨੇ ਮੈਨੂੰ ਦਿੱਤਾ ਕੀ ਹੈ। ਉਹ ਤੇ ਮੇਰਾ ਵੈਰੀ ਹੋ ਗਿਆ, ਉਹਨੇ ਤੇ ਮੇਰੇ ਝੋਲੀ ਵਿੱਚ ਪਾਇਆ ਹੀ ਕੁਝ ਨਹੀਂ, ਇੱਕ ਵਸਤੂ ਕਰਕੇ। ਪਰ ਇਹ ਸੋਚਦਾ ਨਹੀਂ ਜੀਵ ਕਿ ਏਕ ਭੀ ਨਾ ਦੇ, ਇੱਕ ਵੀ ਨਾ ਦੇਵੇ। ਤੇ ਜਿਹੜੀਆਂ ਪਹਿਲਾਂ 10 ਦਿੱਤੀਆਂ ਨੇ 10 ਭੀ ਹਿਰ ਲੈ, ਉਹਨਾਂ ਨੂੰ ਵੀ ਲੈ ਲੈ। ਤੋ ਮੂੜਾ ਕਹੋ ਕਹਾ ਕਰੇ। ਕਹਿੰਦੇ ਫਿਰ ਤੋਂ ਕੀ ਕਰ ਸਕਦੇ ਹੈ, ਫਿਰ ਤੇਰਾ ਵਸ ਥੋੜੀ ਚੱਲਣਾ। ਸਗੋਂ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਮਾਲਕ ਜੀ ਤੁਸੀਂ ਮੈਨੂੰ ਇਹ ਦਾਤਾਂ ਦਿੱਤੀਆਂ ਨੇ। ਜਿਸ ਠਾਕੁਰ ਸਿਓ ਨਾਹੀ ਚਾਰਾ। ਕਹਿੰਦੇ ਜਿਸ ਦੇ ਅੱਗੇ ਕੋਈ ਚਾਰਾ ਚੱਲੇ ਹੀ ਨਾ, ਤਾਕੋ ਕੀਜੈ ਸਦ ਨਮਸਕਾਰ। ਉਹਦੇ ਅੱਗੇ ਸਦਾ ਨਮਸਕਾਰ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਸਦਾ ਸਦਾ ਦਾਤਾਰ। ਕਹਿੰਦੇ ਉਹ ਤੇ ਸਦਾ ਹੀ ਦਾਤਾਂ ਦੇ ਰਿਹਾ। ਵੇਖੋ ਉਹਦੀਆਂ ਦਾਤਾਂ ਆਪਾਂ ਕਹਿੰਦੇ ਕੀ ਦਿੱਤਾ ਜੀ, ਕਿੱਥੇ ਆ ਉਹਦੀਆਂ ਦਾਤਾਂ। ਆ ਸਵਾਸ ਚੱਲ ਰਹੇ ਨੇ, ਇਹ ਉਹਦੀ ਦਾਤ ਹੈ। ਕਿਤੇ ਇਹ ਸਵਾਸ ਰੁਕ ਜਾਣ ਜਾਂ ਰੁਕਣੇ ਆਰੰਭ ਹੋ ਜਾਣ, ਸਾਨੂੰ ਚੁੱਕ ਕੇ ਡਾਕਟਰ ਕੋਲ ਲਿਜਾਇਆ ਜਾਂਦਾ ਹੈ। ਤੇ ਉਹ ਡਾਕਟਰ ਉੱਥੇ ICU 'ਚ ਬਾੜ ਕੇ ਆਕਸੀਜਨ ਲਗਾ ਦਿੰਦਾ, ਬਨੌਟੀ ਸਾਹ ਲਗਾ ਦਿੰਦਾ। ਉਹਦੇ ਨਾਲ ਫਿਰ ਦੁਬਾਰਾ ਸਰੀਰ ਦੀ ਕਿਰਿਆ ਦੁਬਾਰਾ ਚੱਲ ਪਈ। 1 ਦਿਨ 2 ਦਿਨ 5 ਦਿਨ ਹਫਤਾ ਰਹਿ ਕੇ, ਪਰ ਹਫਤੇ ਬਾਅਦ ਡਾਕਟਰ ਨੇ ਇੱਕ ਬਿੱਲ ਬਣਾ ਕੇ ਸਾਡੇ ਅੱਗੇ ਰੱਖ ਦਿੱਤਾ ਉਸ ਆਕਸੀਜਨ ਦਾ ਕਿ ਭਾਈ ਇੰਨੀ ਆਕਸੀਜਨ ਲੱਗੀ, ਇੰਨਾ ਬੈੱਡ ਦਾ ਖਰਚਾ, ਇੰਨਾ ਡਾਕਟਰਾਂ ਦੇ ਆਉਣ ਦਾ ਖਰਚਾ, ਆ ਸਾਰਾ ਇੰਨੀਆਂ ਮੈਡੀਸਨ ਇੰਨੀਆਂ ਦਵਾਈਆਂ ਦਿੱਤੀਆਂ ਗਈਆਂ। ਤੇ ਜੀਵ ਉਹ ਬਿੱਲ ਭਰਦਾ ਹੈ। ਭਰਨ ਤੋਂ ਬਾਅਦ ਉਸ ਡਾਕਟਰ ਦਾ ਸ਼ੁਕਰਾਨਾ ਕਰਦਾ ਹੈ ਕਿ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਹੈ, ਤੁਸੀਂ ਮੈਨੂੰ ਬਚਾ ਲਿਆ, ਤੁਸੀਂ ਮੈਨੂੰ ਆ ਸਵਾਸ ਦੁਬਾਰਾ ਚਲਾ ਦਿੱਤੇ। ਉਹ ਭਲਿਆ, ਤੈਨੂੰ ਦੁਨਿਆਵੀ ਡਾਕਟਰ ਦਾ ਤੇ ਸ਼ੁਕਰਾਨਾ ਕਰਨਾ ਆ ਗਿਆ, ਧੰਨਵਾਦ ਕਰਨਾ ਆ ਗਿਆ, ਪਰ ਜਿਹੜਾ ਤੈਨੂੰ ਬਿਨਾਂ ਬਿੱਲ ਲੈ ਹੀ ਆਕਸੀਜਨ ਦੇ ਰਿਹਾ ਇੰਨੇ ਲੰਮੇ ਸਮੇਂ ਤੋਂ, ਕਦੇ ਉਹਦਾ ਵੀ ਤੇ ਸ਼ੁਕਰਾਨਾ ਕਰਿਆ ਕਰ। ਉਹਨੇ ਕਦੇ ਬਿੱਲ ਮੰਗਿਆ ਹੀ ਨਹੀਂ, ਉਹਨੇ ਕਦੇ ਤੈਨੂੰ ਬਿੱਲ ਦਿੱਤਾ ਹੀ ਨਹੀਂ ਕਿ ਉਹਦੇ ਜਿਹੜੀ ਆਕਸੀਜਨ ਦਿੱਤੀ ਕਿਸੇ ਡਾਕਟਰ ਦੀ ਲੋੜ ਪਈ, ਕਿਸੇ ਪ੍ਰਕਾਰ ਦੇ ICU 'ਚ ਰੱਖਣ ਦੀ ਲੋੜ ਪਈ। ਉਹ ਨਾਰਮਲੀ ਇਹ ਦਾਤ ਦੇ ਰਿਹਾ। ਫਿਰ ਇਹ ਦਾਤ ਕੱਲੀ ਨਹੀਂ, ਅੱਖਾਂ ਨੂੰ ਵੇਖਣ ਦੀ ਸਮਰੱਥਾ ਦੇ ਰਿਹਾ ਦਾਤ ਹੈ। ਇਹਨਾਂ ਅੱਖਾਂ ਦੀ ਜੋਤ ਘਟ ਜਾਏ, ਜੀਵ ਡਾਕਟਰ ਕੋਲੇ ਜਾਂਦਾ ਕਿ ਮੇਰੀ ਅੱਖਾਂ ਦੀ ਲੋ ਘਟ ਗਈ ਜੀ, ਡਾਕਟਰ ਕਹੇਗਾ ਕਿ ਲੈਂਜ ਪਾਉਣਾ ਪਏਗਾ ਜੀ। ਕਹਿੰਦਾ ਜੀ ਪਾਓ, ਮੇਰੀ ਜੋਤ ਠੀਕ ਹੋਣੀ ਚਾਹੀਦੀ। ਲੈਂਜ ਪਾਇਆ, ਡਾਕਟਰ ਨੇ ਫਿਰ ਮੋਰੇ ਬਿੱਲ ਰੱਖਤਾ ਕਿ ਇੰਨਾ ਖਰਚਾ ਆਇਆ ਜੀ ਤੁਹਾਡੇ ਲੈਂਜ ਪੈਣ ਦਾ। ਜੀਵ ਉਹਦਾ ਖਰਚਾ ਵੀ ਦਿੰਦਾ ਪਰ ਨਾਲ ਧੰਨਵਾਦ ਕਰਦਾ। ਫਿਰ 10 ਜਣਿਆਂ ਨੂੰ ਦੱਸਦਾ ਕਿ ਇਸ ਡਾਕਟਰ ਨੇ ਮੈਨੂੰ ਵੇਖਣ ਜੋਗਾ ਬਣਾ ਦਿੱਤਾ। ਦੁਬਾਰਾ ਦੱਸਦਾ ਨਾ, ਜੀਵ ਦੂਸਰਿਆਂ ਨੂੰ ਦੱਸਦਾ ਇਸ ਡਾਕਟਰ ਨੇ ਮੈਨੂੰ ਦੁਬਾਰਾ ਸਾਹ ਲੈਣ ਜੋਗਾ ਬਣਾ ਦਿੱਤਾ, ਉਹਦੀ ਮਹਿਮਾ ਕਰਦਾ। ਕਹਿੰਦੇ ਦੁਨਿਆਵੀ ਡਾਕਟਰ ਤੇ ਤੈਨੂੰ ਬੜਾ ਯਾਦ ਹੋਇਆ, ਉਹਨੇ ਤੇ ਪੈਸੇ ਵੀ ਲੈ ਲਏ, ਉਹਨੇ ਫ੍ਰੀ ਵਿੱਚ ਕੰਮ ਨਹੀਂ ਕੀਤਾ ਤੇਰਾ, ਉਹਨੇ ਉਹਦਾ ਮੁੱਲ ਲੈ ਲਿਆ ਤੇਰੇ ਕੋਲ, ਪਰ ਤੂੰ ਫੇਰ ਵੀ ਉਹਦਾ ਸ਼ੁਕਰਾਨਾ ਕਰਦੇ, ਲੰਘਦਿਆਂ ਵੜਦਿਆਂ ਤੈਨੂੰ ਮਿਲ ਜਾਏ, ਤੂੰ ਉਹਦੇ ਅੱਗੇ ਸਿਰ ਨਵਾਉਣਾ ਕਿ ਡਾਕਟਰ ਸਾਹਿਬ ਤੁਹਾਡਾ ਬੜਾ ਧੰਨਵਾਦ ਹੈ, ਤੁਸੀਂ ਮੈਨੂੰ ਇੰਨੀਆਂ ਦਾਤਾਂ ਦਿੱਤੀਆਂ, ਮੇਰਾ ਜੀਵਨ ਹੀ ਤੁਹਾਡੇ ਕਰਕੇ ਚੱਲ ਰਿਹਾ। ਉਹ ਕਹਿੰਦੇ ਦੁਨਿਆਵੀ ਦਾਤੇ ਦੀ ਜਗ੍ਹਾ ਮਾਲਕ ਪ੍ਰਭੂ ਦਾਤੇ ਵੱਲ ਵੇਖ, ਉਹ ਦਾਤਾ ਕੈਸਾ, ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰ। ਉਹਦੀ ਕਿਰਪਾ ਨਾਲ ਤੈਨੂੰ ਇਹ ਸਵਾਸ ਚੱਲਦੇ ਨੇ, ਅੱਖਾਂ ਵਿੱਚ ਵੇਖਣ ਦੀ ਸਮਰੱਥਾ ਹੈ, ਕੰਨਾਂ ਵਿੱਚ ਸੁਣਨ ਦੀ ਸਮਰੱਥਾ ਹੈ। ਕੰਨਾਂ ਦੀ ਸਰੋਤ ਘਟ ਜਾਏ, ਬੰਦਾ ਕਹਿੰਦਾ ਚਲੋ ਡਾਕਟਰ ਕੋਲੇ, ਉੱਥੇ ਮਸ਼ੀਨ ਲਗਾਈ, ਮਸ਼ੀਨ ਲਗਾ ਕੇ ਫਿਰ ਬਿੱਲ ਲੈ ਲਿਆ, ਫਿਰ ਬੰਦਾ ਕਹਿੰਦਾ ਜੀ ਮਸ਼ੀਨ ਲਾ ਕੇ ਸੁਣਨ ਲੱਗ ਪਿਆ, ਸ਼ੁਕਰਾਨਾ ਹੈ। ਕਹਿੰਦੇ ਜਿਹਨੇ ਬਿਨਾਂ ਮਸ਼ੀਨ ਤੋਂ ਹੀ ਇੰਨਾ ਲੰਮਾ ਸਮਾਂ ਸੁਣਨ ਦੀ ਦਾਤ ਦਿੱਤੀ,
ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਸ ਲਈ ਸਤਿਗੁਰੂ ਜੀ ਬਚਨ ਕਰਦੇ ਨੇ, ਕਹਿੰਦੇ ਮੇਰਾ ਮਾਲਕ ਨਿਤਾਂ ਪ੍ਰਤੀ ਨਵਾਂ ਹੈ, ਉਹਦੀ ਇੱਕ ਇੱਕ ਦਾਤ ਵਾਲੇ ਹੱਥਾਂ ਨੂੰ ਕੰਮ ਕਰਨ ਦੀ ਸਮਰੱਥਾ ਦੇ ਰਿਹਾ। ਇਹ ਸਮਰੱਥਾ ਖੋਲੇ ਹੱਥ ਨਕਾਰੇ ਕਰਦੇ, ਫਿਰ ਤੇਰਾ ਕੀ ਚਾਰ ਹੈ? ਪੈਰਾਂ ਵਿੱਚ ਚੱਲਣ ਦੀ ਸਮਰੱਥਾ ਹੀ ਖੋਲ ਹੈ, ਨਕਾਰਾ ਕਰਕੇ ਬਿਠਾ ਦੇ, ਫਿਰ ਤੂੰ ਕੀ ਕਰ ਸਕਦਾ? ਇਹ ਦਾਤਾਂ ਨੇ ਉਹਦੀਆਂ, ਇਹ ਉਹਦੀ ਦਾਤ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਮਾਲਕਾ ਤੇਰਾ ਧੰਨਵਾਦ, ਤੂੰ ਮੇਰੇ ਹੱਥਾਂ ਨੂੰ ਕਰਮ ਕਰਨ ਦੀ ਸਮਰੱਥਾ ਦਿੱਤੀ, ਤੂੰ ਮੇਰੇ ਪੈਰਾਂ ਨੂੰ ਚੱਲਣ ਦੀ ਸਮਰੱਥਾ ਦਿੱਤੀ, ਅੱਖਾਂ ਨੂੰ ਵੇਖਣ ਦੀ, ਕੰਨਾਂ ਨੂੰ ਸੁਣਨ ਦੀ, ਜ਼ੁਬਾਨ ਨੂੰ ਬੋਲਣ ਦੀ ਸਮਰੱਥਾ ਦਿੱਤੀ ਹੈ, ਬੁੱਧੀ ਨੂੰ ਸੋਚਣ ਦੀ ਸਮਰੱਥਾ ਦਿੱਤੀ ਹੈ। ਤੁਹਾਡਾ ਧੰਨਵਾਦ ਹੈ। ਇਸ ਲਈ ਸਤਿਗੁਰੂ ਕਹਿੰਦੇ ਸਦਾ ਸਦਾ ਦਾਤਾਰ, ਉਹ ਤੇ ਸਦਾ ਹੀ ਦਾਤਾਂ ਦੇ ਰਿਹਾ। ਇਹ ਅੱਜ ਨਹੀਂ ਕੱਲਾ, ਸਾਰਾ ਜੀਵਨ ਦਾਤਾਂ ਦਿੰਦਾ ਹੈ। ਹੁਣ ਅੱਗੇ ਸਤਿਗੁਰੂ ਜੀ ਪਹਿਲੇ ਬੰਦ ਵਿੱਚ ਬਚਨ ਕਰਦੇ ਨੇ, ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਕਹਿੰਦੇ ਇਹ ਮੇਰੀ ਜਿੰਦ ਡਰ ਰਹੀ ਹੈ। ਹੁਣ ਡਰ ਕਿੱਥੇ ਹੈ? ਡਰ ਕਿਉਂ ਆਇਆ? ਸਤਿਗੁਰਾਂ ਦੀ ਪਾਵਨ ਬਾਣੀ ਤੋਂ ਪੁੱਛੀਏ। ਪਾਵਨ ਬਾਣੀ ਕਹਿੰਦੀ ਸੋ ਡਰੇ ਜੇ ਪਾਪ ਕਮਾਵਦਾ। ਜਿਹੜਾ ਪਾਪ ਕਰਮ ਕਰੇਗਾ ਨਾ, ਝੂਠ ਬੋਲੇਗਾ, ਔਗਣ ਕਰੇਗਾ, ਉਹ ਬੰਦਾ ਹਮੇਸ਼ਾ ਡਰਦਾ ਹੈ। ਡਰਦਾ ਕਿਉਂ? ਮੈਂ ਫੜਿਆ ਨਾ ਜਾਵਾਂ। ਸਤਿਗੁਰੂ ਜੀ ਬਚਨ ਕਰਦੇ ਨੇ, ਜੀਓ ਡਰ ਤੇ ਆਪਣਾ, ਮੇਰੀ ਜਿੰਦ ਡਰ ਰਹੀ ਹੈ। ਕਹਿੰਦੇ ਕੈਸਿਓ, ਕਿਹਦੇ ਅੱਗੇ? ਕਰੀ ਪੁਕਾਰ, ਮੈਂ ਪੁਕਾਰ ਕਰਾਂ। ਕਿਉਂਕਿ ਦੁਨਿਆਵੀ ਬੰਦੇ ਅੱਗੇ ਦੱਸਾਂਗਾ ਤੇ ਉਹਨੇ 10 ਦੇ ਅੱਗੇ ਜਾ ਕੇ ਮੇਰੇ ਅੰਦਰ ਦੇ ਔਗਣਾਂ ਨੂੰ ਪ੍ਰਗਟ ਕਰਨਾ ਕਿ ਇਹਦੇ ਨੇੜੇ ਨਾ ਜਾਇਓ, ਇਹ ਬੰਦਾ ਇਦਾਂ ਦਾ ਹੈ, ਇਹ ਤੇ ਬਹੁਤ ਭੈੜਾ ਬੰਦਾ ਹੈ। ਪਰ ਕਹਿੰਦੇ ਮਾਲਕ ਪ੍ਰਭੂ ਕੈਸਾ ਦਾਤਾ ਹੈ, ਉਹ ਜੀਵ ਦੇ ਔਗਣਾਂ ਨੂੰ ਵੇਖਦਿਆਂ ਹੋਇਆਂ ਵੀ, ਜੀਵ ਦੇ ਭੈੜੇ ਕਰਮਾਂ ਨੂੰ ਵੇਖਦਿਆਂ ਹੋਇਆਂ ਵੀ ਇਹਦੇ ਉੱਤੇ ਪਰਦਾ ਪਾ ਦਿੰਦਾ ਹੈ। ਹੁਣ ਭਾਈ ਸੱਜਣ, ਜਿਹਨੂੰ ਆਪਾਂ ਸੱਜਣ ਠੱਗ ਕਹਿੰਦੇ, ਭਾਈ ਸੱਜਣ ਦਾ ਜੀਵਨ ਕਿਹੋ ਜਿਹਾ? ਸਾਰਾ ਜੀਵਨ ਉਹਨੇ ਕਤਲੇਆਮ ਕੀਤਾ। ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਇੱਕ ਧਰਮਸ਼ਾਲਾ ਬਣਾ ਲਈ, ਉਹਦੇ ਵਿੱਚ ਹੀ ਮੰਦਿਰ ਤੇ ਮਸਜਿਦ ਦੋਨੋਂ ਬਣਾ ਲਏ, ਧਾਰਮਿਕ ਪਹਿਰਾਵਾ ਪਹਿਨ ਲਿਆ, ਤੇ ਜਿਹੜਾ ਆਇਆ ਕਰੇ ਉਹਨੂੰ ਮਾਰ ਦਿਆ ਕਰੇ, ਲੁੱਟ ਲਿਆ ਕਰੇ ਉਹਦਾ ਸਾਰਾ ਧਨ ਦੌਲਤ। ਇਹ ਕਰਮ ਕਰਦਾ ਰਿਹਾ ਸਾਰਾ ਜੀਵਨ। ਪਰ ਅੰਦਰ ਡਰ ਸੀਗਾ ਉਹਦੇ ਕਿ ਕਿਤੇ ਫੜਿਆ ਨਾ ਜਾਵਾਂ, ਜੇ ਇਹ ਲਾਸ਼ ਬਾਹਰ ਜਾਏਗੀ ਤੇ ਫੜਿਆ ਜਾਵਾਂਗਾ। ਉਹਨੇ ਘਰ ਦੇ ਵਿੱਚ ਇੱਕ ਖੂਹ ਪੱਟਿਆ, ਉਸ ਖੂਹ ਦੇ ਵਿੱਚ ਲਾਸ਼ਾਂ ਦੇ ਢੇਰ ਲਾ ਦਿਆ ਕਰੇ। ਹੁਣ ਇਹ ਕਰਮ ਕਰਦਾ ਰਿਹਾ, ਕਰਦਾ ਰਿਹਾ, ਕਰਦਾ ਰਿਹਾ। ਇੱਕ ਦਿਨ ਫਿਰ ਸਤਿਗੁਰਾਂ ਨਾਲ ਮਿਲਾਪ ਹੋਇਆ। ਹੁਣ ਮਾਲਕ ਹੈ, ਹਰ ਜੀਵ ਨੂੰ ਇੱਕ ਵਾਰ ਰਸਤਾ ਜ਼ਰੂਰ ਦਿੰਦਾ ਹੈ ਨਿਕਲਣ ਲਈ। ਉਹ ਗੱਲ ਵੱਖਰੀ ਕਿ ਜੀਵ ਉਹ ਰਸਤਾ ਵੇਖ ਕੇ ਉਹਦੇ ਉੱਤੇ ਚੱਲਣਾ ਚਾਹੇ ਜਾਂ ਨਾ ਚਾਹੇ, ਗੱਲ ਵੱਖਰੀ ਹੈ। ਪਰ ਮਾਲਕ ਇੱਕ ਵਾਰ ਹਰੇਕ ਜੀਵ ਨੂੰ ਮੌਕਾ ਦਿੰਦਾ ਹੈ ਕਿ ਹੁਣ ਵੀ ਆ ਜਾ, ਬਚ ਸਕਦਾ ਹੈ, ਹਾਲੇ ਵੀ ਬਚਾ ਹੋ ਸਕਦਾ ਹੈ। ਇਸ ਸੱਜਣ ਨੂੰ ਬਚਾ ਕਰਨ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ। ਇਹਨੇ ਸਤਿਗੁਰਾਂ ਨਾਲ ਸਾਂਝ ਪਾਈ ਤੇ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਾ ਜੀ ਰਬਾਬ ਛੇੜੋ, ਪਰਮੇਸ਼ਰ ਦੇ ਸਿਫਤੋ ਸਲਾਹ ਕਰੀਏ, ਇਹਨੂੰ ਦਸੀਏ ਕਿ ਸੱਜਣ ਹੈ ਕੀ। ਇਹ ਜਿਹੋ ਜਿਹਾ ਸੱਜਣ ਬਣਿਆ ਫਿਰਦਾ ਹੈ, ਅਸਲ ਸੱਜਣਤਾ ਹੀ ਉਹ ਨਹੀਂ। ਇਹਦੀ ਸੱਜਣਤਾ ਹੀ ਤਾਂ ਹੀ ਪ੍ਰਵਾਨ ਹੋਏਗੀ ਜੇ ਇਹ ਅੰਦਰੋਂ ਉਹਨਾਂ ਕਰਮਾਂ ਤੋਂ ਡਰਿਆ ਹੋਇਆ, ਉਹਨਾਂ ਦਾ ਡਰ ਜੀਵਨ ਵਿੱਚੋਂ ਖਤਮ ਹੋ ਜਾਏ, ਮਾਲਕ ਪ੍ਰਭੂ ਦੇ ਭੈ ਦੇ ਵਿੱਚ ਆ ਜਾਏ। ਫਿਰ ਸਤਿਗੁਰਾਂ ਨੇ ਬਚਨ ਕੀਤਾ, ਇੱਕ ਸ਼ਬਦ ਉਚਾਰਨ ਕੀਤਾ, ਸੋਹੀ ਰਗ ਦੇ ਅੰਦਰੋਂ ਸ਼ਬਦ ਹੈ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾ, ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ, ਕੋਠੇ ਮੰਡਪ ਮਾੜੀਆਂ ਪਾਸੋਂ ਚਟਵੀਆਂ ਹਾਂ ਢੱਠੀਆਂ, ਕੰਮ ਨਾ ਆਵਣੀ ਵਿੱਚੋਂ ਸਕਣੀਆਂ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਸਿਮਲ ਰੁਖ ਸਰੀਰ ਮੈਂ ਮੈਜਨ ਦੇਖ ਭੁਲਾਨ, ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ, ਅੰਦੁਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਹੋਣ ਚੜ ਲੰਗਾ ਕਿਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ। ਹੁਣ ਇਹ ਸ਼ਬਦ ਉਚਾਰਨ ਕੀਤਾ, ਇਹਦੇ ਵਿੱਚ ਕਹੇ ਦੇ ਭਾਂਡੇ ਦੀ ਉਦਾਹਰਨ ਦਿੱਤੀ ਸਤਿਗੁਰਾਂ ਨੇ।
ਕਹਿੰਦੇ ਉਹਨੂੰ ਜਿੰਨਾ ਮਰਜ਼ੀ ਧੋਈ ਜਾਓ, ਉਹਦੇ ਵਿੱਚ ਜਦੋਂ ਹੱਥ ਫੇਰੋਗੇ ਹੱਥ ਕਾਲਾ ਕਰ ਦੇਣਾ। ਫਿਰ ਸਤਿਗੁਰਾਂ ਨੇ ਇੱਕ ਮਹਿਲ ਦੀ ਉਦਾਹਰਨ ਦਿੱਤੀ ਕਿ ਇੱਕ ਮਹਿਲ ਐਸਾ ਹੈ ਜਿਸ ਵਿੱਚ ਵਾਸਾ ਹੀ ਨਹੀਂ, ਉਹਦੇ ਵਿੱਚ ਜਾਲਾ ਲੱਗੇਗਾ, ਗੰਦਗੀ ਫੈਲ ਜਾਏਗੀ। ਤੇ ਜਿਸ ਮਹਿਲ ਦੇ ਵਿੱਚ ਵਾਸਾ ਹੋਏਗਾ ਉੱਥੇ ਸਦਾ ਝਾੜੂ ਵੀ ਫਿਰਦਾ ਹੋਏਗਾ, ਉਹਨੂੰ ਸਦਾ ਧੋਤਾ ਜਾਏਗਾ, ਉਹਦੀ ਸਫਾਈ ਵੀ ਹੋਏਗੀ, ਰਹਿਣ ਯੋਗ ਰਹੇਗਾ। ਕਹਿੰਦੇ ਬਾਰੀ ਕਲਾਕਾਰੀ ਉਸ ਮਹਿਲ ਦੇ ਵਿੱਚ ਕਰਦੀ, ਅੰਦਰ ਵਾਸਾ ਕਿਸੇ ਦਾ ਹੋਇਆ ਹੀ ਨਹੀਂ, ਉਹਦੇ ਨਾਲ ਉੱਤੇ ਢੱਠੇ ਹੋਏ ਖੰਡਰ ਚੰਗੇ ਨੇ ਜਿੱਥੇ ਕੋਈ ਵਾਸਤੇ ਰਿਹਾ। ਫਿਰ ਸਤਿਗੁਰਾਂ ਨੇ ਉਦਾਹਰਨ ਦਿੱਤੀ ਇੱਕ ਸਿੰਬਲ ਰੁੱਖ ਦੀ। ਕਹਿੰਦਾ ਰੁੱਖ ਬੜਾ ਵੱਡਾ ਹੈ, ਬੜਾ ਉੱਚਾ ਹੈ, ਪਰ ਰੁੱਖ ਕੋਲ ਕਹਿੰਦੇ 3 ਖਜ਼ਾਨੇ ਹੁੰਦੇ ਨੇ। ਉਹਦੇ ਕੋਲ ਫਲ ਹੁੰਦਾ, ਉਹਦੇ ਕੋਲ ਫੁੱਲ ਹੁੰਦੇ ਨੇ, ਉਹਦੇ ਕੋਲ ਪੱਤੇ ਹੁੰਦੇ ਨੇ। ਕਹਿੰਦੇ ਸਿੰਬਲ ਦਾ ਰੁੱਖ ਇੰਨਾ ਉੱਚਾ ਹੈ, ਨਾ ਇਹਦੇ ਕੋਲ ਫਲ ਹੈ, ਨਾ ਫੁੱਲ ਹੈ, ਨਾ ਪੱਤੇ ਹੈ। ਤਿੰਨੋਂ ਚੀਜ਼ਾਂ ਕੰਮ ਦੀਆਂ ਨਹੀਂ, ਇੱਥੋਂ ਤੱਕ ਇਹਦੀ ਛਾਂ ਵੀ ਕੰਮ ਦੀ ਨਹੀਂ। ਬੜੀ ਉਚਾਈ ਤੇ ਹੈ ਇਹ ਰੁੱਖ, ਇਹਦੀ ਛਾਂ ਵੀ ਕੰਮ ਦੀ ਨਹੀਂ, ਇੰਨਾ ਇਹ ਨਿਕੰਮਾ ਹੈ, ਉੱਚਾ ਬੜਾ ਹੈ। ਕਹਿੰਦੇ ਜੀਵਨ ਦੀ ਖੇਡ ਵੀ ਐਸੀ ਹੈ। ਫਿਰ ਉਦਾਹਰਨ ਦਿੱਤੀ ਸਤਿਗੁਰਾਂ ਨੇ, ਕਹਿੰਦੇ ਮੇਰੀ ਹਾਲਤ ਤੇ ਇਹੋ ਜਿਹੀ ਹੈ ਜਿਵੇਂ ਅੰਨੇ ਇਨਸਾਨ ਨੇ ਪਹਾੜੀ ਤੇ ਚੜ੍ਹਨਾ ਹੋਵੇ ਤੇ ਪੱਗ ਡੰਡੀਆਂ ਨਾਲ ਹੀ ਚੜ੍ਹਨਾ ਹੋਵੇ। ਜੇ ਪੈਰ ਤਲ ਗਿਆ ਤਾਂ ਵੀ ਗਿਆ, ਪਰ ਜੇ ਉਹਨੂੰ ਸਹਾਰਾ ਮਿਲ ਗਿਆ ਤੇ ਉਹ ਮੰਜ਼ਿਲ ਤੱਕ ਜਾ ਸਕਦਾ ਹੈ। ਇਸ ਲਈ ਸਤਿਗੁਰਾਂ ਨੇ ਜਦੋਂ ਇਹ ਉਦਾਹਰਨਾਂ ਦਿੱਤੀਆਂ ਨਾ, ਤੇ ਉਹ ਸੱਜਣ ਜਿਹੜਾ ਠੱਗੀਆਂ ਕਰਦਾ ਸੀ, ਉਹਦੀਆਂ ਠੱਗੀਆਂ ਬੰਦ ਹੋ ਗਈਆਂ, ਅਸਲ ਵਿੱਚ ਸੱਜਣ ਬਣ ਗਿਆ। ਉਹਨੇ ਆਪਣੇ ਸਾਰੇ ਹੀ ਕੁਕਰਮ ਛੱਡ ਦਿੱਤੇ। ਸਤਿਗੁਰੂ ਜੀ ਬਚਨ ਕਰਦੇ ਨੇ, ਕੈਸਿਓ ਕਰੀ ਪੁਕਾਰ। ਕਹਿੰਦੇ ਕਿਹਦੇ ਅੱਗੇ ਪੁਕਾਰ ਕਰਾਂ? ਉਹ ਵੀ ਇਹ ਸੋਚਦਾ ਸੀ ਕਿ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕੌਣ ਮੈਨੂੰ ਬਚਾਏ ਇਸ ਰਸਤੇ ਤੋਂ। ਉਹਨੂੰ ਪਤਾ ਸੀ ਕਿ ਰਸਤਾ ਮੇਰਾ ਗਲਤ ਹੈ, ਪਰ ਨਿਕਲਣ ਲਈ ਰਸਤਾ ਨਹੀਂ ਮਿਲ ਰਿਹਾ ਸੀ, ਕੋਈ ਮਾਰਗ ਨਹੀਂ ਦਿਖਾਈ ਦੇ ਰਿਹਾ ਸੀ। ਤੇ ਸਤਿਗੁਰਾਂ ਨੇ ਫਿਰ ਉਹਦੀ ਬਾਹ ਫੜੀ, ਕਹਿੰਦੇ ਨਹੀਂ ਤੂੰ ਨਿਕਲ ਸਕਦਾ ਹੈ। ਆ ਜਿਹੜੀ ਰਹਿੰਦੀ ਜ਼ਿੰਦਗੀ ਹੈ ਇਹਦੇ ਵਿੱਚ ਹੀ ਤੌਬਾ ਕਰਕੇ ਤੇ ਮਾਲਕ ਪ੍ਰਭੂ ਦੀ ਇਬਾਦਤ ਵਾਲੇ ਪਾਸੇ ਲੱਗ ਜਾ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਦੁੱਖ ਵਿਸਾਰਨ ਸੇਵਿਆ। ਕਹਿੰਦੇ ਇਹਨਾਂ ਦੁੱਖਾਂ ਨੂੰ ਵਿਸਾਰਨ ਵਾਲਾ, ਇਹਦਾ ਮਤਲਬ ਇਹ ਨਾ ਲੈ ਲੈਣਾ ਕਿ ਦੁੱਖ ਨਹੀਂ ਆਉਂਦੇ। ਦੁੱਖ ਆਉਂਦੇ ਜ਼ਰੂਰ ਨੇ, ਪਰ ਜੀਵ ਨੂੰ ਇੰਨੀ ਸਮਰੱਥਾ ਮਿਲ ਜਾਂਦੀ ਹੈ, ਇੰਨੀ ਤਾਕਤ ਮਿਲ ਜਾਂਦੀ ਹੈ, ਇੰਨਾ ਬਲ ਮਿਲ ਜਾਂਦਾ ਹੈ ਕਿ ਜੀਵ ਉਸ ਦੁੱਖ ਨੂੰ ਵੀ ਕਹਿੰਦਾ, ਉਹ ਦੁੱਖੋ ਤੁਹਾਨੂੰ ਪਤਾ ਹੈ ਮੇਰਾ ਮਾਲਕ ਕਿੱਡਾ ਵੱਡਾ ਹੈ। ਪਹਿਲਾਂ ਬੰਦਾ ਕਹਿੰਦਾ ਸੀ ਕਿ ਇਹ ਦੁੱਖ ਬੜੇ ਵੱਡੇ ਨੇ ਮੇਰੇ ਉੱਤੇ ਆ ਗਏ, ਪਰ ਹੁਣ ਦੁੱਖ ਛੋਟੇ ਲੱਗਣ ਲੱਗ ਪਏ, ਮਾਲਕ ਵੱਡਾ ਲੱਗਣ ਲੱਗ ਪਿਆ। ਤੇ ਉਹ ਦੁੱਖ ਕਹਿੰਦੇ ਦੁੱਖ ਵਿਸਾਰਨ, ਉਹਨਾਂ ਦੁੱਖਾਂ ਨੂੰ ਵਿਸਾਰਨ ਵਾਲੇ ਨੂੰ ਸੇਵਿਆ। ਸੇਵਿਆ ਦੇ ਅਰਥ ਨੇ ਸਿਮਰਿਆ, ਯਾਦ ਕੀਤਾ। ਫਿਰ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਸਦਾ ਸਦਾ ਦਾਤਾਰ। ਕਹਿੰਦੇ ਉਹ ਸਦੀਵੀ ਦਾਤਾਂ ਦੇਣ ਵਾਲਾ ਦਾਤਾ ਹੈ। ਉਹ ਤੇ ਸਦਾ ਹੀ ਬਾਂਹ ਫੜਨ ਲਈ ਤਿਆਰ ਰਹਿੰਦਾ, ਪਰ ਜੀਵ ਵੀ ਉਹਨੂੰ ਬਾਂਹ ਨਹੀਂ ਫੜਾਉਂਦਾ। ਅਸੀਂ ਉਹਨੂੰ ਬਾਂਹ ਫੜਾਉਣਾ ਭੁੱਲ ਜਾਂਦੇ ਆ, ਛੱਡ ਦਿੰਦੇ ਆ, ਪਰ ਮਾਲਕ ਪ੍ਰਭੂ ਆਏ ਹੋਏ ਨੂੰ ਕਦੇ ਮੋੜਦਾ ਨਹੀਂ, ਕਦੇ ਨਿਰਾਸ਼ ਨਹੀਂ ਕਰਦਾ ਕਿ ਲੈ ਮੈਂ ਤੈਨੂੰ ਵੇਖ ਕੇ ਵੀ ਤੈਨੂੰ ਨਿਰਾਸ਼ ਕਰ ਦਿਆਂਗਾ। ਦੁਨਿਆਵੀ ਬੰਦੇ ਕੋਲ ਜਾਵਾਂਗੇ, ਉਹ ਦਾਤਾ ਭਾਵੇਂ ਹੋਵੇ, ਪਰ ਜੇ ਉਹਨੂੰ ਪਤਾ ਲੱਗ ਜਾਏ ਕਿ ਜੀਵ ਔਗਣ ਕਰਦਾ ਹੈ, ਜੀਵ ਨਸ਼ੇੜੀ ਹੈ, ਤੇ ਉਹ ਕਹੇਗਾ ਨਹੀਂ ਇਹਨੂੰ ਨਹੀਂ ਦੇਣਾ, ਇਹ ਇਸ ਦੇ ਯੋਗ ਹੀ ਨਹੀਂ। ਪਰ ਮਾਲਕ ਪ੍ਰਭੂ ਕੈਸਾ ਹੈ, ਸਾਡੇ ਔਗਣਾਂ ਨੂੰ ਵੇਖਦਿਆਂ ਹੋਇਆਂ ਵੀ ਸਾਨੂੰ ਦਾਤਾਂ ਦੇ ਰਿਹਾ ਹੈ, ਸਾਡੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕਿਰਪਾ ਦ੍ਰਿਸ਼ਟੀ ਕਰ ਰਿਹਾ। ਸਤਿਗੁਰੂ ਕਹਿੰਦੇ ਉਹ ਸਦਾ ਸਦਾ ਦਾਤਾਰ, ਉਹ ਸਦੀਵੀ ਦਾਤਾਂ ਦੇਣ ਵਾਲਾ ਦਾਤਾ ਹੈ। ਅੱਗੇ ਸਤਿਗੁਰੂ ਜੀ ਦੂਸਰੇ ਪਦੇ ਵਿੱਚ ਬਚਨ ਕਰਦੇ ਨੇ, ਅਨ ਦਿਨ ਸਾਹਿਬ ਸੇਵੀਐ। ਅਨ ਦਿਨ ਦਾ ਅਰਥ ਹੈ ਹਰ ਸਮੇਂ। ਸਾਹਿਬ ਕਹਿੰਦੇ ਮਾਲਕ ਨੂੰ, ਸਿਰ ਦੇ ਸਾਈਂ ਨੂੰ। ਸੇਵੀਐ ਕਹਿੰਦੇ ਉਸ ਨੂੰ ਹਰ ਸਮੇਂ ਸਿਮਰ। ਅੰਤ ਛਡਾਏ ਸੋਏ, ਜਿਹੜਾ ਅੰਤ ਵੇਲੇ ਵੀ ਛਡਾਉਣ ਵਾਲਾ ਹੈ ਜੀਵ ਨੂੰ, ਜਿਹੜਾ ਹਰ ਸਮੇਂ ਜੀਵ ਦੇ ਕਰਮਾਂ ਦੇ ਵਿੱਚੋਂ ਕੱਢਣ ਵਾਲਾ ਇੱਕੋ ਇੱਕ ਮਾਲਕ ਪ੍ਰਭੂ ਹੈ। ਅੰਤ ਛਡਾਏ ਸੋਏ, ਅੰਤ ਵੇਲੇ ਵੀ ਜੀਵ ਦਾ ਬੰਧਨਾਂ ਤੋਂ ਛੁਟਕਾਰਾ ਕਰਨ ਵਾਲਾ ਹੈ। ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ, ਸੁਣ ਸੁਣ ਮੇਰੇ ਕਮਣੀ ਪਾਰੇ ਉਤਾਰਾ ਹੋਏ। ਸੁਣ ਸੁਣ ਕੇ ਮੇਰੀ ਕਮਣੀ, ਐ ਮੇਰੀ ਜਿੰਦੜੀਏ,
ਉਹਦੀ ਮਹਿਮਾ, ਉਹਦੀ ਵਡਿਆਈ, ਉਹਦੀ ਉਪਮਾ, ਉਹਦੀ ਪ੍ਰਸ਼ੰਸਾ ਸੁਣ ਸੁਣ ਕੇ ਪਾਰ ਉਤਾਰਾ ਹੋਏ। ਸਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ। ਅੱਗੇ ਸਤਿਗੁਰੂ ਜੀ ਦੂਸਰੇ ਰਹਾਉ ਵਿੱਚ ਵਚਨ ਕਰਦੇ ਨੇ, ਦਇਆਲ ਤੇਰੇ ਨਾਮ ਤਰਾਂ ਸਦ ਕੁਰਬਾਨੇ ਜਾਉ ਰਹਾ। ਦਇਆਲ, हे दया करने वाले, रहमत करने वाले, दयालु कृपालु मालक प्रभु जी, तेरा नाम तरा, तुहाडे नाम नाल लग के साडे जीवन दा पार उतारा होना है। तुहाडे नाम नाल लग के साडे जीवन दा निस्तारा होना है, बंधना तो खलासी होनी है। इस लई सद कुर्बाने जाऊं, मैं सदा तुहाडे तो कुर्बान जावां, बलिहार जावां, सदके जावां, क्योंकि तुसी ही हो जिहड़े अंत समय मैनूं छडाउण वाले हो। अंत तो भाव की है? आपां कहदे हैं ना कि जीव ने भैड़े कर्म करदियां करदियां अंत ही करता है भैड़े कामां दा। हुण इन्ने भैड़े काम कीते कि सारियां तो ही भैड़ा हो गया जीव। अंत कहते उदों भी छडाउण वाला वो मालक प्रभु है। उस वेले भी बांह फड़न लई वो तैयार है। ते इस लई ऐ मेरी कामणी, ऐ मेरी जिंदे ओदे नाल जुड़, जिहदे नाल जुड़िया पार उतारा हो जाए। अगे सतगुरु जी तीसरे बंद विच वचन करदे ने, रहाओ दीआं पंक्तियां ने, तुद बाज प्यारे केव रहा। हे मालक जी, तुहाडे तो बगैर हुण मैं किवें रवां? सा वडियाई दे, मैनू ओ वडियाई बख्शिश कर जिस वडियाई नाल जित नाम तेरे लाग रहा, तुहाडे नाम नाल मैं लग्या रहा। हुण दुनियावी वडियाईयां बारे सतगुरु जी बचन करदे ने, कहंदे दुनिया कीआं वडियाईयां, कहंदे दुनिया दी जिहड़ी वडियाई है ना, अग्गी सेती जाल इन्हां नूं अग विच पा के साड़ दे। क्यों साड़ दे अग विच? कहंदे इन्नी जली नाम विसारिया। इन्हां सड़ जाणियां ने नाम नूं जीवन विचों विसार दिता, कढ दिता, खत्म कर दिता। एक ना चलियां नाल, कहंदे ये वडियाईयां भी मेरे नाल नहीं चलियां। पहला बंदा अपनी शोभा लई, अपनी वडियाई लई कर्म करदा सी, पर जदों बंदगी नाल जुड़ गया, नाम नाल जुड़ गया, सिमरन नाल जुड़ गया, हुण कर्म करदा है कि मालक दी वडियाई होवे, मालक दी सिफतो सलाह होवे, मालक दी उपमा होवे, मेरी उपमा ना होवे। सतगुरु जी बचन करदे ने, क्यों ये खेड़ वरती जीवन दे विच? क्योंकि सर्वं साचा एक है। सर्वं कहते सारी कायनात दे विचों साचा सदीवी कायम रहने वाला कहते इको ही है, दूजा नहीं कोई, कहते दूसरा कोई है ही नहीं। दूसरा दूजी हस्ती कोई दुनिया विच है ही नहीं ऐसी जेड़ा उस तक पहुंच सके, जेड़ा उस दी समर्था तक पहुंच सके। सर्वं साचा एक है, सारी कायनात विचों सच्चा कहंदे मालक प्रभु इको ही है, दूजा नहीं कोई, दूजा कोई ऐसा है ही नहीं जेड़ा उन्नी समर्था, उन्ना बल, उन्नी ताकत, उन्नी वड्डी कृपा रखदा होवे। इसलिए सतगुरु जी बचन करदे ने, ताकि सेवा सो करे, कहंदे उन्हां दी सेवा, उन्हां दा सिमरन सो करे, कहंदे ओही जीव करदे ने जाको नदर करे। से सिमरे जिन आप सिमराए, कहंदे सिमरदे भी ओही ने जिन्हां नूं मालक प्रभु आप सिमरन विच लाउंदा है। नहीं ते जीव बेचारा इहदे वस दी गल नहीं कि इह आप लग सके। ਉਹਦੇ ਜਦੋਂ ਉਹਦੀ ਰਹਿਮਤ ਹੁੰਦੀ ਹੈ, ਉਹਦੀ ਬਖਸ਼ਿਸ਼ ਹੁੰਦੀ, ਇਹਦੇ ਭਾਗ ਜਾਗਦੇ ਨੇ, ਫਿਰ ਇਹ ਜੀਵ ਮਾਲਕ ਪ੍ਰਭੂ ਦੀ ਇਬਾਦਤ ਵਿੱਚ ਲੱਗਦਾ ਹੈ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਤੁਧ ਬਾਜ ਹੈ ਮਾਲਕ ਜੀ ਤੁਹਾਡੇ ਤੋਂ ਬਗੈਰ ਪਿਆਰੇ, ਇਹ ਪਿਆਰਿਆ ਕੇਵ ਰਹਾ, ਮੈਂ ਕਿਵੇਂ ਰਹਿਣਾ ਕਰਾਂ, ਮੈਂ ਕਿਵੇਂ ਜੀਵਨ ਬਤੀਤ ਕਰਾਂ। ਸਾ ਵਡਿਆਈ ਦੇ, ਉਹ ਮੈਨੂੰ ਵਡਿਆਈ ਬਖਸ਼ਿਸ਼ ਕਰ
ਜਿਤ ਨਾਮ ਤੇਰੇ ਲਾਗ ਰਹਾ, ਜਿਸ ਕਰਕੇ ਮੈਂ ਤੁਹਾਡੇ ਨਾਮ ਵਿੱਚ ਲੱਗ ਸਕਾਂ। ਮੈਨੂੰ ਉਹ ਵਡਿਆਈ ਬਖਸ਼ੋ, ਮੇਰੇ ਉੱਤੇ ਉਹ ਕਿਰਪਾ ਕਰੋ ਜਿਸ ਨਾਲ ਮੈਂ ਤੁਹਾਡੇ ਨਾਮ ਨਾਲ ਜੁੜ ਜਾਵਾਂ, ਤੁਹਾਡੀ ਬੰਦਗੀ ਨਾਲ ਜੁੜ ਜਾਵਾਂ, ਤੁਹਾਡੀ ਇਬਾਦਤ ਨਾਲ ਜੁੜ ਜਾਵਾਂ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਦੂਜਾ ਨਾਹੀ ਕੋਏ, ਕਹਿੰਦੇ ਦੂਜਾ ਕੋਈ ਹੈ ਹੀ ਨਹੀਂ। जैसे आगे प्यारे जाए कहाँ रहा, कहते दूजी केड़ी ऐसी हस्ती है जिहदे अगे जाके मैं ये पुकार करा कि मैनू नाम नाल जोड़ दिओ। तुहाडे तो बिना है ही नहीं दुनिया दे विच कोई ऐसी हस्ती जिहड़ा इन्नी समर्था रखदा होवे, इन्ना बल रखदा होवे। नहीं ते बेअंत ऐसे पैगंबर होए ने जिन्हां ने अपने सेवकां नूं भेडां ही किया कि तुसी मेरियां भेडां हो, मैं आजड़ियां तुहानू चारण वाला। ऐसे बहुत सारे ने, पर कौन ऐसा कहंदे मालिक प्रभु भेडां नहीं बनाउंदा किसी ने। उते कहंदे भलिया करतूत पशु की मान सजात, कहंदे जिहड़े पशुआं वाली बिरती है वो जीवन विचों खत्म कर दे। तैनू मनुखा जन्म मिलिया, मनुख बन के जीवन बतीत कर। तू अपने जीवन विच इंसानियत वाले कर्म कर, बंदियां वाले कर्म कर। बंदा होके बंदगी गए, बंदगी नू पकड़, एक गुरु दे पाए हुए बंधन विच जीवन बतीत कर, गुरु दे दर्शाए हुए रस्ते उत्ते चल। सतगुरु जी बचन करदे ने, कहते दूसरी कोई ऐसी हस्ती है ही नहीं जिहड़ी इन्ना रस्ता दस सकदी होवे, जिहड़ा इत्थे तक पहुंचा सकदा होवे। नहीं ते अज तक दुनिया विच गुरु गुरु रहा, सिख सिख ही रहा, पर इत्थे ऐसी रहमत है, ऐसी बख्शिश है, सिख भी गुरु दा रूप हो जांदा है। सिख भी गुरु दे उपदेश अनुसार चल के गुरु नाल अभेद हो जांदा है। सिख वे गुरु समुंद नदी सब सिखे नहाते जित वडियाई, जिथे इशनान नाल वडियाइयां मिलदियां। सतगुरु ते इथों तक बचन करदे ने, कहंदे रतना रतन पदार्थ बहु सागर भरिया राम, बाणी गुरबाणी लागे तिन हथ चढ़िया राम, गुरबाणी लागे तिन हाथ चढ़िया निर्मोलक रतन अपारा, हर हर नाम अतुलक पाया तेरी भगत भरे भंडारा। समुंद विरोल शरीर हम देखिया एक वस्त अनूप दिखाई, नानक गुरु गोबिंद गोबिंद गुरु है नानक भेद न पाई। कहते गुरु ते गोबिंद विच भेद नहीं, सिख ते गुरु दे विच भी भेद नहीं। गुरु अंगद देव जी बने भाई लहणे तो गुरु दा रूप हो गया ना, जो गुरु दे दर्शाए हुए मार्ग उते चले। सतगुरु जी इत्थे बचन करदे ने, कहते दूजा ऐसा कोई है ही नहीं जिस दे अगे ये पुकार करा। अगे सतगुरु जी चौथे बंद विच बचन करदे ने, सेवी साहिब अपना, कहंदे सिमरना करा अपने मालक नूं। हर जीव अपना मालक होदा, मालक ते सारियां दा ही है, पर जीव कहंदा ही मेरा है। ऐसे नाल सांझ पै जाए जिन्हों कहे मेरा है, मान होवे सानू कि मालक मेरा है, गुरु मेरा है, परमेश्वर मेरा है। हर जीव दा वो साझा है, वो सर्व व्यापक है। हर जीव ओदे उत्ते मान करे। सतगुरु जी बचन करदे ने, सेवी साहिब अपना, कहंदे अपने मालक नूं सिमरना करां, अवर ना जाचों कोए, कहंदे दूजे अगे मैं हाथ ना अड्डां कदे भी। ते जिहड़ा मालक दा आसरा ले लैंदा, गुरु दा आसरा ले लैंदा, फिर गुरु ओनू दूसरे दे लड़ नहीं लाउंदा, फिर गुरु ओनू दूसरे दे दर ते नहीं जान दिंदा। कहंदे इत्थे ही सब कुछ है, सर्व सुखां का दाता सतगुर, ताकि शरणी पाईऐ, दर्शन भेटत होत आनंदा, दुख गया हर गाइए। हर रस पीवो भाई, नाम जपो नामो आराधो, गुर पूरे की शरणाई। कहंदे पूरे गुरु दी शरण आ गया ना जदों, फिर होर दर ते जाएगा ही नहीं। होर दर ते जांदे ही वो ने जिन्हां ने पूरे गुरु दी शरण नहीं लई। सतगुरु जी बचन करदे ने, सेवी साहिब अपना,
ਕਹਿੰਦੇ ਮੈਂ ਆਪਣੇ ਮਾਲਕ ਨੂੰ ਸਿਮਰਨਾ ਕਰਾਂ। ਅਵਰ ਨਾ ਜਾਚੋ ਕੋਏ, ਅਤੇ ਕਿਸੇ ਹੋਰ ਦੂਸਰੇ ਅੱਗੇ ਕਦੇ ਪੁਕਾਰ ਨਾ ਕਰਨੀ ਪਵੇ, ਕਿਸੇ ਦੂਸਰੇ ਅੱਗੇ ਹੱਥ ਨਾ ਅੱਡਣੇ ਪੈਣ। ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਕਹਿੰਦੇ ਨਾਨਕ ਵੀ ਉਹਨਾਂ ਦਾ ਸੇਵਕ ਹੈ ਜਿਹੜੇ ਇੰਨਾ ਭਰੋਸਾ ਕਰਕੇ ਮਾਲਕ ਦੇ ਦਰ ਤੇ ਬੈਠ ਗਏ, ਜਿਨ੍ਹਾਂ ਨੇ ਆਪਣਾ ਸਭ ਕੁਝ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਤੱਕ ਪਹੁੰਚ ਗਏ, ਜਿਹੜੇ ਇਥੋਂ ਤੱਕ ਰਜ਼ਾ ਵਿੱਚ ਰਾਜ਼ੀ ਹੋ ਗਏ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕ ਸਾਈ ਗੱਲ ਚੰਗੀ। ਜਿਹੜੇ ਇਥੋਂ ਤੱਕ ਰਜ਼ਾ ਵਿੱਚ ਅਭੇਦ ਹੋ ਗਏ ਕਿ ਮਾਲਕ ਜੀ ਜੇ ਸੁਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਕਿ ਜੇ ਦੁੱਖ ਵੀ ਦੇਂਗਾ ਤਾਂ ਵੀ ਤੈਨੂੰ ਹੀ ਧਿਆਉਣਾ ਹੈ, ਤੇ ਜੇ ਭੁੱਖਾ ਰੱਖੇਗਾ ਤਾਂ ਵੀ ਤੈਨੂੰ ਧਿਆਉਣਾ ਹੈ। ਸਤਿਗੁਰੂ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਨਾਨਕ ਤਾਕਾ ਦਾਸ ਹੈ, ਉਹਨਾਂ ਦਾ ਸੇਵਕ ਹੈ। ਬਿੰਦ ਬਿੰਦ ਚੁੱਕ ਚੁੱਕ ਹੋਏ, ਇੱਕ ਇੱਕ ਖਿੰਨ ਕਰਕੇ, ਇੱਕ ਇੱਕ ਖਿੰਨ ਖਿੰਨ ਕਰਕੇ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਨਾ ਹਾਂ, ਬਲਿਹਾਰ ਜਾਨਾ ਹਾਂ। ਅੱਗੇ ਲਾਸਟ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾ। ਸਾਹਿਬ ਜਿਹੜਾ ਸਾਰਿਆਂ ਦੇ ਸਿਰ ਦਾ ਸਾਈਂ ਹੈ, ਜਿਹੜਾ ਸੁਪਰੀਮ ਹੈ, ਸਭ ਤੋਂ ਉੱਪਰ ਹੈ, ਜਿਸ ਤੱਕ ਜਿਸ ਦੇ ਬਰਾਬਰ ਨਾ ਕੋਈ ਦੇਵੀ ਦੇਵਤਾ, ਨਾ ਕੋਈ ਗੁਰੂ, ਨਾ ਕੋਈ ਪੀਰ ਪੈਗੰਬਰ ਅਵਤਾਰ ਔਲੀਆ ਪਹੁੰਚ ਸਕੇ, ਉਸ ਸੁਪਰੀਮ ਪਾਵਰ ਦੀ ਗੱਲ ਕਰ ਰਹੇ ਨੇ। ਸਾਹਿਬ ਤੇਰੇ ਨਾਮ ਵਿਟੋ, ਕਹਿੰਦੇ ਤੇਰੇ ਨਾਮ ਤੋਂ ਮੈਂ ਇੱਕ ਇੱਕ ਖਿੰਨ ਕਰਕੇ ਕੁਰਬਾਨ ਜਾਨਾ ਹਾਂ, ਸਦਕੇ ਜਾਨਾ ਹਾਂ, ਬਲਿਹਾਰ ਜਾਨਾ ਹਾਂ। ਜਿਨੇ ਅੰਦਰੋਂ ਸਾਰੇ ਪ੍ਰਕਾਰ ਦੇ ਡਰ ਦੂਰ ਕਰ ਦਿੱਤੇ, ਜਿਨੇ ਦੁੱਖ ਜੀਵਨ ਵਿੱਚੋਂ ਕੱਟ ਦਿੱਤੇ, ਜਿਸ ਨੇ ਅੰਤ ਸਮੇਂ ਛਡਾਉਣ ਦੀ ਸਮਰੱਥਾ ਰੱਖੀ, ਜਿਸ ਨੇ ਇਹ ਸਮਝਾ ਦਿੱਤਾ ਕਿ ਸਾਰੀ ਕਾਇਨਾਤ ਵਿੱਚ ਇੱਕੋ ਹੀ ਮਾਲਕ ਪ੍ਰਭੂ ਹੈ, ਜਿਸ ਦਾ ਓਟ ਅਤੇ ਆਸਰਾ ਲਿਆ ਜੀਵਨ ਵਿੱਚ ਸਫਲਤਾ ਹੀ ਹੋ ਜਾਂਦੀ ਹੈ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਜੋ ਅੱਜ ਦਾ ਪਾਵਨ ਮੁੱਖ ਵਾਕ ਹੈ। ਇਸ ਪਾਵਨ ਮੁੱਖ ਵਾਕ ਵਿੱਚ ਸਤਿਗੁਰੂ ਜੀ ਪਰਮੇਸ਼ਰ ਨਾਲ ਸਾਂਝ ਪਾਉਣ ਦੀ ਵਿਚਾਰ ਦੇ ਰਹੇ ਨੇ ਕਿ ਮਾਲਕ ਪ੍ਰਭੂ ਨਾਲ ਸਾਂਝ ਪਾਇਆ ਜੀਵਨ ਵਿੱਚ ਸਫਲਤਾ ਹੀ ਪ੍ਰਾਪਤ ਹੋ ਜਾਏਗੀ, ਜੀਵਨ ਵਿੱਚ ਬਖਸ਼ਿਸ਼ ਪ੍ਰਾਪਤ ਹੋ ਜਾਏਗੀ, ਜੀਵਨ ਸਫਲ ਹੋ ਜਾਏਗਾ। ਸਮੁੱਚੇ ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ, ਭੁੱਲਾਂ ਦਾ ਚਿਤਾਰਦੇ ਹੋਏ ਫਤਿਹ ਦੀ ਸਾਂਝ ਕਰੋ। ਝੁਕਾਓ ਸਾਹਿਬਾਂ ਨੂੰ ਸੀਸ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪ੍ਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੁਸ